ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨ 1857 ਦੇ ਗਦਰ ਸਮੇਂ ਯੂਪੀ ਅਤੇ ਬਿਹਾਰ ਦੇ ਪੂਰਬੀਆਂ ਦੀਆਂ ਫੌਜਾਂ ਅੰਗਰੇਜ਼ਾਂ ਤੋਂ ਆਕੀ ਹੋ ਗਈਆਂ ਸਨ। ਉਹਨਾਂ ਨੇ ਦਿੱਲੀ ਦੇ ਆਖਰੀ ਮੁਗਲ ਹਾਕਮ ਬਹਾਦਰ ਸ਼ਾਹ ਜ਼ਫਰ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਐਲਾਨ ਦਿੱਤਾ। ਇਹ ਪੂਰਬੀ ਫੌਜਾਂ ਉਹੀ ਸਨ ਜਿਹੜੀਆਂ ਸਨ 1849 ਦੇ ਵਿੱਚ ਅੰਗਰੇਜ਼ਾਂ ਵੱਲੋਂ ਪੰਜਾਬ ਤੇ ਹਮਲਾਵਰ ਹੋ ਕੇ ਆਈਆਂ ਸਨ ਅਤੇ ਪੰਜਾਬ ਨੂੰ ਦੋਹੀਂ ਹੱਥੀ ਲੁੱਟਿਆ ਸੀ। ਸੋ ਸਿੱਖ ਫੌਜੀਆਂ ਦੇ ਮਨਾਂ ਵਿੱਚ ਪੂਰਬੀਆਂ ਵਿਰੁੱਧ ਰੋਸ ਹੋਣਾ ਸੁਭਾਵਿਕ ਹੀ ਸੀ ਅਤੇ ਸੈਂਕੜੇ ਵਰ੍ਹਿਆਂ ਦੀ ਦੁਸ਼ਮਣੀ ਕਾਰਨ ਉਹ ਦਿੱਲੀ ਦੇ ਮੁਗਲ ਹਾਕਮ ਨੂੰ ਵੀ ਬਾਦਸ਼ਾਹ ਵਜੋਂ ਪ੍ਰਵਾਨ ਨਹੀਂ ਸਨ ਕਰ ਸਕਦੇ। ਇਸ ਲਈ ਸਿੱਖ ਫੌਜਾਂ ਅਡੋਲ ਰਹੀਆਂ। ਪੂਰਬੀਆਂ ਨੇ ਦਿੱਲੀ ਵਿੱਚ ਦਾਖਲ ਹੋ ਕੇ ਅੰਗਰੇਜ਼ ਅਫਸਰਾਂ ਨੂੰ ਹੀ ਨਹੀਂ, ਅੰਗਰੇਜ਼ ਔਰਤਾਂ ਅਤੇ ਮਾਸੂਮ ਬੱਚਿਆਂ ਨੂੰ ਵੀ ਕਤਲ ਕਰਨਾ ਸ਼ੁਰੂ ਕਰ ਦਿੱਤਾ। ਇਸ ਬੇਰਹਿਮੀ ਭਰੀ ਕਤਲੇਆਮ ਨੂੰ ਰੋਕਣ ਲਈ ਪੰਜਾਬ ਤੋਂ ਸਿੱਖ ਫੌਜਾਂ ਭੇਜੀਆਂ ਗਈਆਂ, ਜਿਸ ਵਿੱਚ ਹੋਤੀ ਮਰਦਾਨ ਦੀ ਗਾਈਡ ਪਲਟਨ ਵੀ ਸ਼ਾਮਿਲ ਸੀ। ਇਸੇ ਪਲਟਨ ਵਿੱਚ ਉਸ ਸਮੇਂ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵੀ ਸ਼ਾਮਿਲ ਸਨ। ਜਦ ਗਦਰ ਦਾ ਮੁਆਮਲਾ ਨਜਿੱਠਿਆ ਗਿਆ ਤਾਂ ਅੰਗਰੇਜ਼ ਅਫਸਰਾਂ ਵੱਲੋਂ ਫੌਜੀਆਂ ਨੂੰ ਦਿੱਲੀ ਵਿੱਚ ਇੱਕ ਦਿਨ ਦੀ ਲੁੱਟ ਮੁਆਫ ਕੀਤੀ ਗਈ। ਇਹ ਪੁਰਾਣਾ ਰਿਵਾਜ ਸੀ ਕਿ ਜੇਤੂ ਧੜਾ ਆਪਣੀ ਫੌਜ ਤੋਂ ਲੁੱਟ ਕਰਵਾਉਂਦੀਆਂ ਸਨ ਤਾਂ ਜੋ ਫੌਜੀ ਖੁਸ਼ ਹੋ ਕੇ ਇਨਾਮ ਵੀ ਹਾਸਲ ਕਰ ਲੈਣ ਅਤੇ ਆਕੀਆਂ ਨੂੰ ਅਗਾਂਹ ਲਈ ਨਸੀਹਤ ਵੀ ਆ ਜਾਵੇ। ਸ਼ਾਮ ਦੇ 6 ਵਜੇ ਤੱਕ ਲੁੱਟ ਦੀ ਆਗਿਆ ਦਿੱਤੀ ਗਈ ਅਤੇ ਸਭ ਫੌਜੀਆਂ ਨੂੰ ਹੁਕਮ ਹੋਇਆ ਕਿ ਉਸ ਸਮੇਂ ਤੱਕ ਜੋ ਕੁਝ ਕਿਸੇ ਦੇ ਹੱਥ ਲੱਗੇ ਸੋ ਲੈ ਕੇ ਵਾਪਸ ਕੈਂਪ ਦੇ ਵਿੱਚ ਪਹੁੰਚ ਜਾਣ। ਸਾਰੇ ਫੌਜੀ ਦਿੱਲੀ ਸ਼ਹਿਰ ਵਿੱਚ ਥਾਂ-ਥਾਂ ਫੈਲ ਗਏ ਅਤੇ ਜੋ ਕੁਝ ਕਿਸੇ ਦੇ ਹੱਥ ਲੱਗਾ ਉਹ ਲੁੱਟ ਲਿਆ। ਸੰਤ ਬਾਬਾ ਕਰਮ ਸਿੰਘ ਜੀ ਨੂੰ ਵੀ ਫੌਜੀ ਹੁਕਮ ਅਨੁਸਾਰ ਸ਼ਹਿਰ ਵੱਲ ਜਾਣਾ ਪਿਆ, ਪਰ ਆਪ ਜੀ ਦੇ ਮਨ ਦੇ ਵਿੱਚ ਲੁੱਟਮਾਰ ਕਰਨ ਦਾ ਫੁਰਨਾ ਉੱਕਾ ਹੀ ਨਹੀਂ ਆਇਆ। ਆਪ ਸਹਿਜ ਸੁਭਾਅ ਸ਼ਹਿਰ ਦੇ ਇੱਕ ਪਾਸੇ ਵੱਲ ਚੱਲ ਪਏ। ਥੋੜੀ ਦੂਰ ਹੀ ਗਏ ਸਨ ਕਿ ਰਸਤੇ ਦੇ ਵਿੱਚ ਇੱਕ ਥਾਂ ਮੁਸਲਮਾਨ ਅਮੀਰ ਰਈਸ ਕਰਾਣੇ ਦੀ ਮਾਈ ਨੇ ਆਪਣੇ ਦਰਵਾਜ਼ੇ ਦੀ ਵਿੱਥ ਵਿੱਚੋਂ ਆਪ ਜੀ ਨੂੰ ਆਉਂਦੇ ਵੇਖਿਆ। ਪੁਰਾਤਨ ਸਿੰਘਾਂ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਪਰਉਪਕਾਰੀ ਹੁੰਦੇ ਸਨ, ਸ਼ਰਨ ਆਏ ਦੀ ਲਾਜ ਰੱਖਦੇ ਸਨ, ਮਜਲੂਮ ਦੀ ਰੱਖਿਆ ਕਰਦੇ ਸਨ ਅਤੇ ਮਨ ਕਰਕੇ ਸੱਚੇ ਸੁੱਚੇ ਹੁੰਦੇ ਸਨ। ਲਾਚਾਰੀ ਦੀ ਦਸ਼ਾ ਵਿੱਚ ਇਹ ਗੱਲ ਵਿਚਾਰ ਕੇ ਉਸ ਮਾਈ ਨੇ ਹੌਸਲਾ ਕੀਤਾ ਤੇ ਦਰਵਾਜ਼ਾ ਥੋੜਾ ਜਿਹਾ ਖੋਲ ਕੇ ਬਾਬਾ ਜੀ ਨੂੰ ਇਸ਼ਾਰੇ ਦੇ ਨਾਲ ਬੁਲਾਇਆ। ਬਾਬਾ ਜੀ ਦਰਵਾਜ਼ੇ ਪਾਸ ਪਹੁੰਚੇ ਤਾਂ ਉਸ ਭੈਭੀਤ ਹੋਈ ਮਾਈ ਨੇ ਗਿਆ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਨੇਕ ਅਤੇ ਅੱਛੇ ਸਿੱਖ ਜਾਪਦੇ ਹੋ। ਮੈਂ ਆਪ ਦੀ ਸ਼ਰਨ ਆਈ ਹਾਂ, ਆਪ ਕਿਰਪਾ ਕਰੋ ਅਤੇ ਲੁੱਟ ਮਾਰ ਦੇ ਭਿਆਨਕ ਸਮੇਂ ਸਾਡੇ ਘਰ ਦੀ ਆਬਰੂ ਅਤੇ ਮਾਲ ਦੀ ਰੱਖਿਆ ਕਰੋ। ਇਸ ਬਲ ਦੀ ਅੱਗ ਤੋਂ ਬਚਾਵੋ, ਸਾਡੀ ਇਸ ਵੇਲੇ ਕੋਈ ਹੋਰ ਸਹਾਰਾ ਨਹੀਂ ਹੈ। ਉਸ ਮਾਈ ਦੀ ਦੁਖੀ ਅਵਸਥਾ ਦੇਖ ਕੇ ਬਾਬਾ ਜੀ ਦਾ ਪਵਿੱਤਰ ਮਨ ਦਰਵਿਆ ਅਤੇ ਆਪ ਜੀ ਨੇ ਉਸ ਮਾਈ ਦੇ ਚਿੰਤਾ ਪਵਰ ਵਿੱਚ ਫਸੇ ਮਨ ਨੂੰ ਹੌਸਲਾ ਦਿੰਦਿਆਂ ਆਖਿਆ, ਤੂੰ ਚਿੰਤਾ ਨਾ ਕਰ, ਅਸੀਂ ਤੇਰੇ ਘਰ ਦੀ ਰੱਖਿਆ ਕਰਾਂਗੇ। ਤੂੰ ਅੰਦਰੋਂ ਦਰਵਾਜ਼ਾ ਬੰਦ ਕਰ ਲੈ ਅਤੇ ਜਦ ਆਖਾਂਗੇ ਤਦ ਹੀ ਖੋਲੀ। ਮਾਈ ਨੂੰ ਇੰਝ ਜਾਪਿਆ ਜਿਵੇਂ ਭਿਆਨਕ ਖੂਹ ਵਿੱਚ ਡੁੱਬਦੇ ਉਸਦੇ ਖਾਨਦਾਨ ਨੂੰ ਸਹਾਰਾ ਦੇ ਕੇ ਕਿਸੇ ਨੇ ਬਾਹਰ ਕੱਢ ਲਿਆ ਹੋਵੇ। ਉਸਦੇ ਦਰਵਾਜ਼ੇ ਦਾ ਕੁੰਡਾ ਅੰਦਰੋਂ ਬੰਦ ਕਰ ਲਿਆ ਤੇ ਬਾਬਾ ਜੀ ਬਾਹਰ ਪਹਿਰਾ ਦੇਣ ਲੱਗ ਪਏ। ਲੁੱਟ ਖਸੁੱਟ ਕਰਨ ਦੇ ਜੋਸ਼ ਵਿੱਚ ਇੱਧਰ ਉੱਧਰ ਦੌੜਦੇ ਸਿਪਾਹੀ ਆਪਣੀਆਂ ਬੰਦੂਕਾਂ ਚੁੱਕੀ ਉੱਧਰ ਵੀ ਪਹੁੰਚੇ, ਪਰ ਉਸ ਰਈਸ ਮੁਸਲਮਾਨ ਦੇ ਦਰਵਾਜ਼ੇ ਅੱਗੇ ਖੜੇ ਬਾਬਾ ਜੀ ਨੂੰ ਵੇਖ ਕੇ ਕਿਸੇ ਸਿਪਾਹੀ ਨੇ ਅੰਦਰ ਜਾਣ ਦੀ ਕੋਸ਼ਿਸ਼ ਨਾ ਕੀਤੀ ਅਤੇ ਬਿਨਾਂ ਅਟਕੇ ਅੱਗੇ ਤੁਰ ਪੈਂਦੇ ਰਹੇ। ਸ਼ਾਇਦ ਉਹਨਾਂ ਨੇ ਸਮਝਿਆ ਹੋਵੇ ਕਿ ਬਾਬਾ ਜੀ ਨੇ ਲੁੱਟ ਲਈ ਇਹ ਘਰ ਮੱਲ ਲਿਆ ਹੈ ਤੇ ਅਖੀਰ ਲੁੱਟ ਦਾ ਸਮਾਂ ਖਤਮ ਹੋ ਗਿਆ। ਸ਼ਹਿਰ ਦੇ ਅਨੇਕਾਂ ਘਰ ਪਰਿਵਾਰ ਜਿਨ੍ਹਾਂ ਦੀ ਕਿਸਮਤ ਤੁਰੋਂ ਹੀ ਫਾਟੀ ਹੋਈ ਸੀ, ਨਾ ਕੇਵਲ ਧਨ ਦੌਲਤ ਕਰਕੇ ਬਰਬਾਦ ਹੋਏ, ਉਹਨਾਂ ਦੀਆਂ ਜਾਨਾਂ ਵੀ ਗਈਆਂ ਤੇ ਇੱਜ਼ਤਾਂ ਵੀ ਲੁੱਟੀਆਂ ਗਈਆਂ। ਫੌਜੀ ਆਪੋ ਆਪਣਾ ਲੁੱਟ ਦਾ ਮਾਲ ਸੰਭਾਲਦੇ ਲੋਕਾਂ ਦੀ ਬਰਬਾਦੀ ਉੱਤੇ ਉਸਰੀ ਆਪਣੀ ਖੁਸ਼ੀ ਵਿੱਚ ਚਾਓ ਚਾਈ ਕੈਂਪ ਵਿੱਚ ਵਾਪਸ ਪਹੁੰਚੇ। ਇਸ ਤਰ੍ਹਾਂ ਜਦ ਸ਼ਹਿਰ ਦਾ ਬਲਦਾ ਭਾਂਬੜ ਸ਼ਾਂਤ ਹੋ ਗਿਆ ਤਾਂ ਬਾਬਾ ਜੀ ਨੇ ਦਰਵਾਜ਼ਾ ਖਟਖਟਾਇਆ। ਮਾਈ ਨੇ ਦਰਵਾਜ਼ੇ ਦੀ ਝੀੜ ਵਿੱਚ ਤਸੱਲੀ ਕਰਕੇ ਦਰਵਾਜ਼ਾ ਖੋਲ੍ਹਿਆ। ਮਾਈ ਦੇ ਮਨ ਦੀ ਅਵਸਥਾ ਉਹੀ ਸਮਝ ਸਕਦਾ ਹੈ ਜਿਸਨੇ ਅਜਿਹੇ ਭਿਆਨਕ ਸਮੇਂ ਵਿੱਚੋਂ ਨਿਕਲ ਕੇ ਵੇਖਿਆ ਹੋਵੇ। ਉਸਨੇ ਬਾਬਾ ਜੀ ਦੇ ਚਰਨ ਪਕੜੇ ਤੇ ਅੰਦਰ ਲੈ ਗਈ। ਘਰ ਦੇ ਸਾਰੇ ਜੀ ਬਾਬਾ ਜੀ ਦੇ ਦੁਆਲੇ ਇਕੱਠੇ ਹੋ ਗਏ ਅਤੇ ਬਹੁਤ ਹੀ ਹੈਰਾਨ ਹੋਏ। ਮਾਈ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਝੜੀ ਲੱਗ ਗਈ ਅਤੇ ਉਸਨੇ ਬਵਲ ਦੀ ਜਵਾਨ ਨਾਲ ਧੰਨਵਾਦ ਕੀਤਾ। ਬਲਿਹਾਰ ਜਾਂਦੀ ਮਾਈ ਅੰਦਰ ਗਈ ਅਤੇ ਇੱਕ ਵਾਲ ਹੀਰੇ ਮੋਤੀਆਂ ਅਤੇ ਨਾਲ ਮੋਹਰਾਂ ਭਰਿਆ ਹੋਇਆ ਲਿਆ ਕੇ ਬਾਬਾ ਜੀ ਨੂੰ ਪੇਸ਼ ਕੀਤਾ। ਬਾਬਾ ਜੀ ਨੇ ਕੁਝ ਵੀ ਸਵੀਕਾਰ ਕਰਨੋਂ ਨਾ ਕਰ ਦਿੱਤੀ। ਘਰ ਦੇ ਸਾਰੇ ਬੰਦਿਆਂ ਨੇ ਬਹੁਤ ਜ਼ੋਰ ਲਾਇਆ ਪਰ ਆਪ ਨਾ ਮੰਨੇ ਅਤੇ ਉੱਤਰ ਦਿੱਤਾ ਕਿ ਅਸਾਂ ਤਾਂ ਮਜਲੂਮ ਦੀ ਰੱਖਿਆ ਕਰਨੀ ਆਪਣਾ ਧਰਮ ਸਮਝ ਕੇ ਇਸ ਸੇਵਾ ਨੂੰ ਨਿਭਾਇਆ ਹੈ। ਇਸ ਗੱਲ ਦਾ
ਇਵਜ਼ਾਨਾ ਨਹੀਂ ਲੈਣਾ। ਜਦ ਮਾਈ ਬਾਰ-ਬਾਰ ਆਖਣੋਂ ਨਾ ਹੀ ਟਲੀ ਤਾਂ ਆਪ ਜੀ ਨੇ ਆਖਿਆ ਕਿ ਅੱਛਾ ਮਾਈ, ਫਿਰ ਜਦ ਤੂੰ ਨਵਾਜ਼ ਪੜਿਆ ਕਰੇ ਤਾਂ ਅੱਲਾ ਅੱਗੇ ਦੁਆ ਕਰ ਦਿਆ ਕਰੀ ਕਿ ਉਹ ਸਾਨੂੰ ਸਿੱਖੀ ਸਿਦਕ ਬਖਸ਼ੇ। ਬਾਬਾ ਜੀ ਵਾਪਸ ਆਪਣੇ ਕੈਂਪ ਦੇ ਵਿੱਚ ਪਹੁੰਚੇ। ਸਮੇਂ ਮੁਤਾਬਕ ਪਲਟਨ ਵਾਪਸ ਚਲੀ ਗਈ। ਫੌਜੀਆਂ ਨੂੰ ਛੁੱਟੀ ਮਿਲ ਗਈ ਕਿ ਉਹ ਆਪੋ ਆਪਣੇ ਘਰੇ ਹੋ ਕੇ ਇੱਕ ਨਿਯਤ ਤਰੀਕ ਤੱਕ ਹੋਤੀ ਮਰਦਾਨ ਪਹੁੰਚ ਜਾਣ। ਲੁੱਟ ਦਾ ਮਾਲ ਸੰਭਾਲਦੇ ਹੋਏ ਫੌਜੀ ਆਪੋ ਆਪਣੇ ਘਰਾਂ ਵਿੱਚ ਪਹੁੰਚੇ। ਬਾਬਾ ਜੀ ਦੇ ਪਿੰਡ ਦੇ ਵੀ 2-4 ਸਿਪਾਹੀ ਇਸੇ ਗਾਈਡ ਪਲਟਨ ਦੇ ਵਿੱਚ ਸਨ। ਉਹਨਾਂ ਨੇ ਆਪਣੇ ਘਰ ਪਹੁੰਚ ਕੇ ਮਾਲਧਨ ਦਾ ਢੇਰ ਲਾ ਦਿੱਤਾ, ਜਿਸ ਨੂੰ ਵੇਖ ਕੇ ਉਹਨਾਂ ਦੇ ਟੱਬਰਾਂ ਨੇ ਬਹੁਤ ਖੁਸ਼ੀਆਂ ਮਨਾਈਆਂ। ਪਿੰਡ ਵਿੱਚ ਵੀ ਚਰਚਾ ਹੋਣ ਲੱਗੀ। ਇੰਨੇ ਨੂੰ ਬਾਬਾ ਜੀ ਵੀ ਆਪਣੇ ਘਰ ਪਹੁੰਚ ਗਏ। ਇਹਨਾਂ ਨੇ ਹੱਥ ਖਾਲੀ ਸਨ। ਮਾਤਾ ਨੇ ਵੇਖ ਕੇ ਪਹਿਲਾ ਪ੍ਰਸ਼ਨ ਇਹ ਹੀ ਕੀਤਾ ਕਿ ਸਾਰੇ ਫੌਜੀ ਤਾਂ ਬਹੁਤ ਕੁਝ ਆਪਣੇ ਘਰਾਂ ਨੂੰ ਲਿਆਏ ਹਨ, ਤੂੰ ਕੀ ਲਿਆਇਆ ਹੈ? ਬਾਬਾ ਜੀ ਨੇ ਉੱਤਰ ਦਿੱਤਾ ਕਿ ਮਾਤਾ ਜੀ, ਅਸੀਂ ਤਾਂ ਸਿੱਖੀ ਸਿਦਕ ਖੱਟ ਕੇ ਲਿਆਏ ਹਾਂ। ਇਹ ਸੁਣ ਕੇ ਮਾਤਾ ਦੇ ਦਿਲ ਅਤੇ ਘਰ ਦੇ ਜੀਆਂ ਵਿੱਚ ਨਿਰਾਸ਼ਤਾ ਜਿਹੀ ਹੋਈ। ਮਾਤਾ ਜੀ ਦੇ ਚਿਹਰੇ ਵੱਲ ਦੇਖਦਿਆਂ ਬਾਬਾ ਜੀ ਨੇ ਬਚਨ ਕੀਤਾ, ਮਾਤਾ ਤੂੰ ਤਾਂ ਮਾਇਆ ਦੀ ਹੀ ਮਾਂ ਹੈ, ਸਾਡੀ ਨਹੀਂ। ਅਜਿਹੇ ਗਦਰ, ਅਜਿਹੇ ਗੜਵੜ ਵਿੱਚੋਂ ਆਪਣੀ ਜਾਨ ਬਚਾ ਕੇ ਲਿਆਉਣਾ ਹੀ ਮੁਸ਼ਕਲ ਹੁੰਦਾ ਹੈ। ਤੂੰ ਸਾਥੋਂ ਨਾ ਸੁਖ ਸ਼ਾਂਤ ਪੁੱਛੀ ਅਤੇ ਨਾ ਰਾਜੀ ਖੁਸ਼ੀ ਵਾਪਸ ਆਇਆ ਵੇਖ ਕੇ ਹੀ ਖੁਸ਼ ਹੋਈ, ਸਗੋਂ ਧਨ ਮਾਲ ਦੀ ਹੀ ਗੱਲ ਕੀਤੀ ਅਤੇ ਘਰ ਵਿੱਚ ਮਾਇਆ ਨਾ ਆਈ ਵੇਖ ਕੇ ਨਿਰਾਸ਼ ਵੀ ਹੋ ਗਈ ਹੈ। ਇਸ ਘਟਨਾ ਤੋਂ ਬਾਬਾ ਜੀ ਦੇ ਮਨ ਦੇ ਵਿੱਚ ਇੱਕ ਗਹਿਰਾ ਅਸਰ ਹੋਇਆ। ਉਹਨਾਂ ਨੂੰ ਸਤਿਗੁਰ ਹੀ ਇੱਕ ਐਸਾ ਸਕਾ ਸੰਬੰਧੀ ਜਾਪਿਆ ਜੋ ਨਾ ਟੁੱਟੇ ਅਤੇ ਨਾ ਕਦੇ ਛੱਡ ਕੇ ਜਾਵੇ। ਬਾਬਾ ਜੀ ਦੇ ਮਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰ ਠਾਠਾ ਮਾਰਨ ਲੱਗਾ। ਪਰਿਵਾਰਕ ਮੋਹ ਦੀ ਜੋ ਥੋੜੀ ਬਹੁਤੀ ਲੇਸ ਬਾਕੀ ਸੀ ਉਹ ਵੀ ਇਸ ਘਟਨਾ ਨੇ ਉਤਾਰ ਦਿੱਤੀ ਸੀ ਬਾਬਾ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੇ ਦਿਲੋਂ। ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਅਜਿਹੀਆਂ ਹੋਰ ਵੀਡੀਓਜ਼ ਵੇਖਣ ਦੇ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।